हाँ जी, गुड आफ्टरनून स्टूडेंट्स ਅੱਜ ਅਸੀਂ ਨੈਕਸਟ ਚੈਪਟਰ ਸਟਾਰਟ ਕਰਨਾ ਹੈ। ਨੈਕਸਟ ਚੈਪਟਰ ਦੇ ਵਿੱਚ ਹੈਗਾ ਸਾਡਾ ਰਿਪਰੋਡਕਸ਼ਨ ਇਨ ਦਾ ਫਲਾਵਰਿੰਗ ਪਲਾਂਟ। ਇਸ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਹੈਗਾ ਫਲਾਵਰ, ਜਿਹਦੇ ਵਿੱਚ ਕੀ ਅਸੀਂ ਪੜ੍ਹਨਾ ਹੈ ਫਲਾਵਰ ਦਾ ਸਟਰਕਚਰ ਕੀ ਹੁੰਦਾ ਆ। ਠੀਕ ਹੈ, ਹੁਣ ਇੱਕ ਫਲਾਵਰ ਦੇ ਵਿੱਚ ਦੋ ਪਾਰਟਸ ਪ੍ਰੈਜੈਂਟ ਹੁੰਦੇ ਆ, ਇੱਕ ਮੇਲ ਪਾਰਟ, ਇੱਕ ਫੀਮੇਲ ਪਾਰਟ ਹੁੰਦਾ। ਠੀਕ ਹੈ, ਮੇਲ ਪਾਰਟ ਜਿਹੜਾ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਸਟੇਮਨ, ਅਤੇ ਫੀਮੇਲ ਪਾਰਟ ਹੁੰਦਾ ਜਿਹੜਾ ਉਸਨੂੰ ਬੋਲਦੇ ਆਪਾਂ ਪਿਸਟਲ। ਹੁਣ ਫਲਾਵਰ ਦਾ ਸਟਰਕਚਰ ਕਿਵੇਂ ਦਾ ਹੁੰਦਾ, ਸਭ ਤੋਂ ਪਹਿਲਾਂ ਦੇਖੋ ਆ ਜਿਹੜਾ ਬੇਸ ਆ ਇਹਦਾ, ਇਹ ਬੇਸ ਆ, ਇਸ ਨੂੰ ਬੋਲਦੇ ਹਾਂ ਅਸੀਂ ਥੈਲੇਮਸ ਔਰ ਰਿਸੈਪਟੈਕਲ। ਠੀਕ ਹੈ, ਜਿਹੜਾ ਕਿ ਸਾਰੇ ਪਾਰਟਸ ਨੂੰ ਆਪਣੇ ਉੱਪਰ ਅਟੈਚ ਕਰਦਾ ਹੈ। ਠੀਕ ਹੈ, ਦੂਜੇ ਨੰਬਰ 'ਤੇ ਔਰ ਇਸ ਫਲਾਵਰ ਦੇ ਇੱਕ ਲੀਵਸ ਸੈਪਲਸ ਅਰਾਈਜ਼ ਹੁੰਦੀਆਂ ਆ ਬਲੈਕ ਕਲਰ ਦੀਆਂ, ਜਿਸ ਨੂੰ ਅਸੀਂ ਕੈਲੈਕਸ ਵੀ ਬੋਲਦੇ ਹਾਂ। ਸੈਂਟਰ ਵਿੱਚ ਇੱਕ ਟਿਊਬ ਅਰਾਈਜ਼ ਹੁੰਦੀ ਹੈ ਇਸ ਦੇ ਉੱਪਰ, ਆ ਦੇਖੋ ਬਲੈਕ ਕਲਰ ਦੀ ਹੈ ਨਾ, ਦਿਖਾਈ ਦੇ ਰਹੀ। ਸੋ ਇਹ ਜਿਹੜੀ ਟਿਊਬ ਆ ਇਸ ਨੂੰ ਆਪਾਂ ਬੋਲਦੇ ਹਾਂ ਸਟਿਗਮਾ। ਅੰਡਰਸਟੂਡ। ਔਰ ਸਭ ਤੋਂ ਇਸ ਟਿਊਬ ਦਾ ਜਿਹੜਾ ਬੇਸ ਪਾਰਟ ਹੁੰਦਾ ਇਸ ਨੂੰ ਅਸੀਂ ਬੋਲਦੇ ਹਾਂ ਓਵਰੀ। ਔਰ ਇਹ ਟਿਊਬ ਜਿਹੜੀ ਆ ਸੈਂਟਰ ਵਾਲਾ ਪਾਰਟ ਹੈ ਟਿਊਬ ਦਾ, ਉਹਨੂੰ ਬੋਲਦੇ ਹਾਂ ਸਟਾਈਲ। ਐਂਡ ਉੱਪਰ ਜਿਹੜਾ ਇੱਕ ਸਫੈਰੀਕਲ ਸ਼ੇਪ ਸਟਰਕਚਰ ਪ੍ਰੈਜੈਂਟ ਹੁੰਦਾ ਉਹਨੂੰ ਕੀ ਬੋਲਦੇ ਹਾਂ ਸਟਿਗਮਾ। ਅੰਡਰਸਟੂਡ। ਸੋ ਇਹਨੂੰ ਆਪਾਂ ਤਿੰਨੇ ਪਾਰਟਸ ਨੂੰ, ਓਵਰੀ, ਸਟਾਈਲ ਅਤੇ ਸਟਿਗਮਾ, ਇਹਨੂੰ ਤਿੰਨੇ ਪਾਰਟਸ ਨੂੰ ਅਸੀਂ ਬੋਲਦੇ ਹਾਂ ਪਿਸਟਲ। ਔਰ ਇਹ ਫੀਮੇਲ ਪਾਰਟ ਹੁੰਦਾ ਹੈ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਮੇਲ ਪਾਰਟ ਹੁੰਦਾ ਹੈ, ਜਿਹੜੇ ਇਸ ਜਿਹੜਾ ਸਟਾਈਲ ਆ ਜਾਂ ਜਿਹੜੇ ਇਹਨੂੰ ਅਸੀਂ ਬੋਲਦੇ ਹਾਂ ਪਿਸਟਲ ਆ, ਇਹ ਸਾਰੇ ਸਟਰਕਚਰ ਨੂੰ, ਔਰ ਇਹਦੇ ਨਾਲ ਇੱਕ ਔਰ ਥਰੈਡ ਲਾਈਕ ਸਟਰਕਚਰਸ ਪ੍ਰੈਜੈਂਟ ਹੁੰਦੇ ਆ। ਥਰੈਡ ਲਾਈਕ ਨਹੀਂ ਬੋਲ ਸਕਦੇ, ਟਿਊਬ ਲਾਈਕ ਸਟਰਕਚਰਸ ਪ੍ਰੈਜੈਂਟ ਹੁੰਦੀਆਂ, ਜਿਹਨਾਂ ਦੇ ਉੱਪਰ ਵੀ ਸਫੈਰੀਕਲ ਸ਼ੇਪ ਐਂਥਰ ਪ੍ਰੈਜੈਂਟ ਹੁੰਦਾ। ਹੁਣ ਅਸੀਂ ਕੀ ਬੋਲਦੇ ਹਾਂ ਐਂਥਰ, ਔਰ ਇਸ ਦੀ ਟਿਊਬ ਨੂੰ ਕੀ ਬੋਲਦੇ ਹਾਂ ਫਿਲਾਮੈਂਟ, ਔਰ ਇਹ ਦੋਨੇ ਐਂਥਰ ਫਿਲਾਮੈਂਟ ਦੇ ਸਟਰਕਚਰ ਨੂੰ ਬੋਲਦੇ ਹਾਂ ਸਟੇਮਨ, ਜਿਹੜਾ ਕਿ ਮੇਲ ਪਾਰਟ ਹੁੰਦਾ। ਅੰਡਰਸਟੂਡ। ਸੋ ਸੈਪਲਸ ਨੂੰ ਕੈਲੈਕਸ ਵੀ ਬੋਲ ਸਕਦੇ ਹੋ। ਠੀਕ ਹੈ, ਔਰ ਆਹ ਜਿਹੜੀਆਂ ਤੁਸੀਂ ਦੇਖ ਲਓ ਰੈੱਡ ਕਲਰ ਦੀਆਂ, ਆਹ ਵਾਲੀਆਂ ਫਲਾਵਰ ਦੇ ਵਿੱਚ ਜਿਹੜੀਆਂ ਪੈਟਲਸ ਪ੍ਰੈਜੈਂਟ ਹੁੰਦੀਆਂ ਉਸ ਨੂੰ ਅਸੀਂ ਕਰੋਲਾ ਵੀ ਬੋਲ ਸਕਦੇ। ਕੀ ਬੋਲਦੇ ਹਾਂ ਕਰੋਲਾ। ਅੰਡਰਸਟੂਡ। ਇਹ ਹੈਗਾ ਫਲਾਵਰ ਦਾ ਸਟਰਕਚਰ। ਹੁਣ ਇਹਦੇ ਬਾਰੇ ਥੋੜ੍ਹਾ ਪੜ੍ਹ ਲਈਏ ਅਸੀਂ ਕਿ ਇਹਨਾਂ ਦੇ ਫੰਕਸ਼ਨਸ ਕੀ ਹੁੰਦੇ ਆ। ਦੇਖੋ ਸਭ ਤੋਂ ਪਹਿਲਾਂ ਬੇਟਾ ਸਟਿਗਮਾ ਹੁੰਦਾ ਹੈ। ਠੀਕ ਹੈ, ਸਟਿਗਮਾ ਕੀ ਕਰਦਾ ਹੈ, ਇਟ ਰਿਸੀਵ ਪੋਲਨ ਗੇਨਸ। ਅੰਡਰਸਟੂਡ। ਆਹ ਦੇਖੋ ਆਹ ਜਿਹੜਾ ਸਟਿਗਮਾ ਆ, ਆਹ ਸਟਿਗਮਾ ਜਿਹੜਾ ਬਲੈਕ ਕਲਰ ਦਾ। ਠੀਕ ਹੈ, ਜਦੋਂ ਪੋਲੀਨੇਸ਼ਨ ਆਪਾਂ ਨੇ ਪੜ੍ਹੀ ਆ ਫਸਟ +1 'ਚ ਪੜ੍ਹੀ ਸੀਗੀ, ਜਿਹਦੇ ਵਿੱਚ ਟਰਾਂਸਫਰ ਪੋਲਨ ਗੇਨਸ, ਹੁਣ ਐਂਥਰ ਦੇ ਅੰਦਰ ਪੋਲਨ ਗੇਨਸ ਪ੍ਰੈਜੈਂਟ ਹੁੰਦੇ ਇਹਦੇ ਅੰਦਰ, ਇੱਥੋਂ ਜਿਹੜੀ ਆ ਟਰਾਂਸਫਰਮੇਸ਼ਨ ਆਉਣੀ ਆ, ਟਰਾਂਸਫਰ ਆਫ ਪੋਲਨ ਗੇਨਸ ਫਰੋਮ ਐਂਥਰ ਟੂ ਸਟਿਗਮਾ, ਉਹਨੂੰ ਪੋਲੀਨੇਸ਼ਨ ਬੋਲਦੇ ਸੀ ਅਸੀਂ। ਠੀਕ ਹੈ, ਹੁਣ ਇੱਦਾਂ ਹੀ ਜਿਹੜਾ ਹੈਗਾ ਸਟਿਗਮਾ ਦਾ ਕੀ ਫੰਕਸ਼ਨ, ਇਟ ਰਿਸੀਵ ਦਾ ਪੋਲਨ ਗੇਨਸ। ਹੁਣ ਉਹ ਜਿਹੜੇ ਉਹ ਟਰਾਂਸਫਰ ਹੋਏ ਸੀ ਪੋਲਨ ਗੇਨ, ਉਹਨਾਂ ਨੂੰ ਸਟਿਗਮਾ ਨੇ ਕੀ ਕਰਨਾ, ਰਿਸੀਵ ਕਰਨਾ। ਸਟਾਈਲ ਦਾ ਕੀ ਕੰਮ ਆ, ਸਟਾਈਲ ਇੱਕ ਟਿਊਬ ਲਾਈਕ ਸਟਰਕਚਰ ਸੀਗਾ। ਆਹ ਦੇਖੋ ਆਹ ਬਲੈਕ ਟਿਊਬ ਆ, ਜਿਹੜੀ ਆਹ ਟਿਊਬ ਆ ਇੱਥੋਂ ਲੈ ਕੇ ਇੱਥੇ ਤੱਕ, ਇਹ ਜਿਹੜੀ ਟਿਊਬ ਨੂੰ ਬੋਲਦੇ ਕੀ ਆ ਸਟਾਈਲ। ਠੀਕ ਹੈ, ਸਟਾਈਲ ਦਾ ਕੀ ਹੈ, ਇਨ ਡਿਫਰੈਂਟ ਪਲਾਂਟ ਸਟਾਈਲ ਲੈਂਥ ਇਜ਼ ਡਿਫਰੈਂਟ। ਹਰੇਕ ਪਲਾਂਟਸ ਫਲਾਵਰ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਹੈ ਸਟਾਈਲ ਜਿਹੜੀ ਲੈਂਥ ਆ ਉਹ ਡਿਫਰ ਕਰਦੀ ਆ, ਅਲੱਗ-ਅਲੱਗ ਲੈਂਥ ਉਹਦੀ ਹੁੰਦੀ ਆ। ਓਵਰੀ ਦਾ ਕੀ ਫੰਕਸ਼ਨ ਆ, ਠੀਕ ਹੈ, ਓਵਰੀ ਇਨਸਾਈਡ ਦਾ ਓਵਰੀ ਓਵਿਊਲਸ ਆਰ ਪ੍ਰੈਜੈਂਟ ਇਨ ਵਿਚ ਐਗਸ ਆਰ ਫਾਰਮ। ਹੁਣ ਓਵਰੀ ਦੇ ਅੰਦਰ ਓਵਿਊਲਸ ਪ੍ਰੈਜੈਂਟ ਹੁੰਦੇ ਜਿਹੜੇ ਕਿ ਐਗ ਜਿਹੜੇ ਬਣਦੇ ਆ। ਸਟੇਮਨਸ ਤੁਹਾਨੂੰ ਪਤਾ ਹੀ ਆ ਮੇਲ ਪਾਰਟ ਆ, ਮੇਲ ਰਿਪਰੋਡਕਟਿਵ ਪਾਰਟ ਜਿਹੜੇ ਉਹ ਸਟੇਮਨ ਹੁੰਦਾ, ਜਿੱਥੇ ਐਂਥਰਸ ਪ੍ਰੈਜੈਂਟ ਹੁੰਦੇ, ਪੋਲਨ ਗੇਨਸ ਪ੍ਰੈਜੈਂਟ ਹੁੰਦੇ, ਜਿਹਨੂੰ ਅਸੀਂ ਕਹਿੰਦੇ ਪਿਸਟਲ। ਫੀਮੇਲ ਰਿਪਰੋਡਕਟਿਵ ਪਾਰਟ ਬੋਲਦੇ ਹਾਂ ਅਸੀਂ। ਠੀਕ ਹੈ, ਪੈਟਲਸ ਜਿਹੜੀਆਂ ਆਲ ਟੂਗੈਦਰ ਫਾਰਮ ਕਰੋਲਾ। ਹੁਣ ਸਾਰੀਆਂ ਪੈਟਲਸ ਜਿਹੜੀਆਂ ਆਹ ਜਿੰਨੀਆਂ ਵੀ ਪੈਟਲ ਸੀਗੀਆਂ ਆਹ ਵਾਲੀਆਂ ਜਿਹੜੀਆਂ ਫਲਾਵਰ ਦੇ ਵਿੱਚ ਸ਼ੋਅ ਕੀਤੀਆਂ, ਇੱਕ ਹੋਰ ਬਣ ਸਕਦੀ ਇੱਦਾਂ। ਸੋ ਇਹ ਇਸ ਪੈਟਲਸ ਨੂੰ ਕੀ ਬੋਲਦੇ ਹਾਂ ਅਸੀਂ ਕਰੋਲਾ ਬੋਲਦੇ ਹਾਂ। ਠੀਕ ਹੈ, ਫਿਰ ਉਸ ਤੋਂ ਬਾਅਦ ਕਹਿੰਦਾ ਇਨ ਮੋਸਟਲੀ ਪਲਾਂਟਸ ਕਰੋਲਾ ਇਜ਼ ਅ ਬ੍ਰਾਈਟਲੀ ਕਲਰਡ, ਇਟ ਅਟਰੈਕਟ ਇਨਸੈਕਟਸ ਐਂਡ ਡੂ ਪੋਲੀਨੇਸ਼ਨ। ਹੁਣ ਸਭ ਤੋਂ ਮੈਂ ਇੱਕ ਗੱਲ ਕਹਿ ਕੇ ਹਟਿਆ ਸੀਗਾ
कि ਪੋਲੀਨੇਸ਼ਨ ਹੁੰਦੀ ਆ, ਉਹ ਪੋਲੀਨੇਸ਼ਨ ਤਾਂ ਹੋਊਗੀ ਜੇ ਇਨਸੈਕਟਸ ਆਉਣਗੇ, ਕਿਉਂਕਿ ਇੱਕ ਜਿਹੜੀ ਆ ਕਹਿ ਲਓ ਟਾਈਪ ਆ ਪੋਲੀਨੇਸ਼ਨ ਦੀ, ਉਹਦੇ ਵਿੱਚ ਜਿਹੜੇ ਪੋਲੀਨੇਸ਼ਨ ਹੁੰਦੀ ਕਿੱਦਾਂ ਵਿੰਡ ਦੇ ਥਰੂ ਹੁੰਦੀ, ਹਵਾ ਦੇ ਥਰੂ ਹੁੰਦੀ ਹੈ, ਇਨਸੈਕਟਸ ਦੇ ਥਰੂ ਹੁੰਦੀ ਹੈ, ਵਾਟਰ ਦੇ ਥਰੂ ਹੁੰਦੀ ਹੈ। ਸੋ ਇਹ ਵੀ ਇੱਕ ਕੈਟਾਗਰੀ ਹੋ ਜਾਂਦੀ ਹੈ, ਠੀਕ ਹੈ। ਇਨਸੈਕਟਸ, ਹੁਣ ਇਨਸੈਕਟਸ ਫਲਾਵਰ ਵੱਲ ਕਿੱਦਾਂ ਅਟਰੈਕਟ ਕਰਨਗੇ, ਜੇ ਜਿਹੜੀਆਂ ਪੈਟਲਸ ਆ ਉਹ ਕੀ ਹੋਣਗੀਆਂ ਅਟਰੈਕਟ, ਉਹ ਹੁੰਦੀ ਕਲਰਫੁੱਲ ਹੋਣਗੀ, ਤਾਂ ਹੀ ਜਿਹੜੀਆਂ ਇਨਸੈਕਟਸ ਉਹ ਪੈਟਲਸ ਵੱਲ ਅਟਰੈਕਟ ਕਰਨਗੇ, ਠੀਕ ਹੈ। ਸੋ ਉਹ ਕੀ ਕਰਦੇ ਆ, ਜਦੋਂ ਇਨਸੈਕਟ ਜਿਹੜੇ ਆ ਅਟਰੈਕਟ ਕਰਦੇ ਆ, ਉਹ ਕੀ ਕਰਦੇ ਆ, ਪੋਲੀਨੇਸ਼ਨ ਕਰਦੇ ਆ। ਸੋ ਸੈਪਲਸ ਕੀ ਹੁੰਦੇ ਆ, ਸੈਪਲ ਜਿਹੜੇ ਆ ਉਹ ਕਾਹਦੇ, ਆਲ ਸੈਪਲਸ ਮੇਕ ਕੈਲਿਕਸ, ਜਿਹੜੇ ਆ ਸੈਪਲਸ ਥੱਲੇ ਪ੍ਰੈਜੈਂਟ ਸੀਗੇ ਨਾ, ਇਹਨਾਂ ਨੂੰ ਕੀ ਹੋਰ ਬੋਲਦੇ ਆ, ਕੈਲਿਕਸ ਬੋਲਦੇ। ਸੋ ਇਹ ਤੁਹਾਨੂੰ ਇਕੱਲੇ ਪਾਰਟ ਦੇ ਬੇਟਾ ਫੰਕਸ਼ਨਸ ਪਤਾ ਹੋਣੇ ਚਾਹੀਦੇ, ਇਕੱਲੇ ਪਾਰਟ ਦਾ ਸੈਕਿੰਡ ਨੇਮ ਵੀ ਪਤਾ ਹੋਣਾ ਚਾਹੀਦਾ, ਜਿੱਦਾਂ ਪੈਟਲਸ ਦਾ ਕਰੋਲਾ ਹੁੰਦਾ, ਸੈਪਲਸ ਦਾ ਕੈਲਿਕਸ ਹੁੰਦਾ। ਫਿਰ ਮੇਲ ਰਿਪਰੋਡਕਟਿਵ ਪਾਰਟ ਕਿਹੜਾ ਆ ਗਿਆ, ਸਟੇਮਨ ਆ ਗਿਆ, ਫੀਮੇਲ ਕਿਹੜਾ ਆ ਗਿਆ, ਪਿਸਟਲ ਆ ਗਿਆ, ਪਿਸਟਲ ਦੇ ਕਿੰਨੇ ਪਾਰਟ ਹੁੰਦੇ ਆ, 3 ਪਾਰਟ ਹੁੰਦੇ ਆ, ਸਟਿਗਮਾ, ਸਟਾਈਲ, ਓਵਰੀ। ਇੱਦਾਂ ਸਟੇਮਨ ਦੇ ਕਿੰਨੇ ਪਾਰਟ ਹੁੰਦੇ ਆ, ਐਂਥਰ, ਫਿਲਾਮੈਂਟ, ਠੀਕ ਹੈ, ਉਹ ਮੇਲ ਰਿਪਰੋਡਕਟਿਵ ਪਾਰਟ ਹੋ ਗਿਆ। ਸੋ ਇਹ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਇਹ ਬਹੁਤ ਇੰਪੋਰਟੈਂਟ ਸਟਰਕਚਰ ਆ, ਕੋਈ ਵੀ 1 ਮਾਰਕਸ ਦਾ ਕੁਐਸਚਨ ਇਹਦੇ ਵਿੱਚ ਆ ਸਕਦਾ। ਦੈਨ ਉਸ ਤੋਂ ਬਾਅਦ ਆ ਜਾਂਦਾ ਫਲਾਵਰ ਇਜ਼ ਅ ਮੋਡੀਫਾਈਡ ਸਟੈਮ, ਠੀਕ ਹੈ। ਆਊਟਰ ਸਾਈਡ ਦੇ ਵਿੱਚ 2 ਚੀਜ਼ਾਂ ਪ੍ਰੈਜੈਂਟ ਹੁੰਦੀਆਂ, ਕਰੋਲਾ ਐਂਡ ਦਾ ਕੈਲਿਕਸ, ਠੀਕ ਹੈ। ਸੋ ਆਰ ਕਾਲਡ ਦਾ ਐਕਸੈਸਰੀ ਹੋਲ ਬਿਕੋਜ਼ ਇਟ ਹੈਲਪਸ ਇਨ ਦਾ ਰਿਪਰੋਡਕਸ਼ਨ। ਸੋ ਇਹ ਜਿਹੜੇ ਆ ਦੋਨੇ ਐਕਸੈਸਰੀ ਹੋਲਸ ਆ, ਕਿਉਂਕਿ ਜਿਹੜੀ ਉਹ ਸੈਪਲਸ ਆ ਦੇਖੋ, ਸੈਪਲਸ ਨੇ ਤਾਂ ਫਲਾਵਰ ਨੂੰ ਇੱਕ ਹਿਸਾਬ ਦੀ ਆਹ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ, ਆਹ ਵਾਲੇ ਉੱਪਰਲੇ ਪਾਰਟਸ ਨੂੰ, ਠੀਕ ਹੈ। ਔਰ ਪੈਟਲਸ ਕੀ ਕਰਦੀਆਂ ਸੀਗੀਆਂ, ਉਹ ਅਟਰੈਕਟ ਕਰਦੀ ਸੀ ਇਨਸੈਕਟ ਨੂੰ, ਤਾਂ ਹੀ ਪੋਲੀਨੇਸ਼ਨ ਹੋਣੀ ਸੀ। ਸੋ ਦੋਨਾਂ ਦਾ ਅਲੱਗ ਫੰਕਸ਼ਨ ਹੋ ਗਿਆ, ਠੀਕ ਹੈ। ਕੈਲਿਕਸ ਨੇ ਕੀ ਕਰਨਾ, ਪ੍ਰੋਟੈਕਟ ਕਰਨਾ ਫਲਾਵਰ ਨੂੰ, ਅਤੇ ਕਲੋਰਾ ਬਲਾਈਡੀ ਕਿਲਡ ਹੁੰਦੀ ਹੈ, ਇਸ ਕਰਕੇ ਉਹਨੂੰ ਕੀ ਕਰਦੇ ਆ, ਉਹ ਅਟਰੈਕਟ ਕਰਦੇ। ਲੱਗੀ ਸਮਝ, ਅਤੇ ਤੁਸੀਂ ਨੋਟ ਡਾਊਨ ਕਰਨਾ ਨਾਲ ਸਾਰਾ ਕੁਛ। ਹੁਣ ਨੈਕਸਟ ਇੱਕ ਬੱਚੇ ਆ ਜਾਂਦਾ ਕਿ ਉਹ ਸੀਗੇ ਆਊਟਰ 2 ਪਾਰਟ, ਠੀਕ ਹੈ। ਇਨਰ 2 ਪਾਰਟ ਕਿਹੜੇ ਸੀਗੇ, ਇਹਦੇ ਵਿੱਚ ਐਂਡੋਸ਼ਨ ਅਤੇ ਗਾਇਨੋਸ਼ਨ। ਉਹ ਮੇਲ ਪਾਰਟ ਨੂੰ ਐਂਡੋਸ਼ਨ ਬੋਲਦੇ ਹਾਂ ਅਤੇ ਫੀਮੇਲ ਨੂੰ ਗਾਇਨੋਸ਼ਨ ਵੀ ਬੋਲਦੇ ਹਾਂ। ਦੇयर ਆਰ 2 ਮੇਨ ਰਿਪਰੋਡਕਟਿਵ ਪਾਰਟਸ ਆਫ ਦੇ ਆਰ ਕਾਲਡ ਦਾ ਸੈਕਸ਼ੂਅਲ ਹੋਲਸ, ਇਹ ਵੀ ਤੁਹਾਨੂੰ ਪੁੱਛ ਸਕਦੇ ਹੋ, ਠੀਕ ਹੈ। ਹੁਣ ਨੈਕਸਟ ਸਾਡਾ ਪਾਰਟ ਆ ਜਾਂਦਾ ਸਟੇਮਨ। ਅਸੀਂ ਸਭ ਤੋਂ ਪਹਿਲਾਂ ਸਟੇਮਨ ਕਰਨਾ। ਸਟੇਮਨ ਜਿਹੜਾ ਉਹ ਮੇਲ ਪਾਰਟ ਸੀਗਾ, ਇਹ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਸੋ ਸਟੇਮਨ ਦੇ ਵਿੱਚ ਐਂਥਰਸ ਪ੍ਰੈਜੈਂਟ ਆ, ਤੁਹਾਨੂੰ ਪਤਾ ਸਟੈਮਨ ਇੱਕ ਮੇਲ ਪਾਰਟ ਆ, ਉਹਦੇ ਵਿੱਚ ਐਂਥਰ ਪ੍ਰੈਜੈਂਟ ਆ, ਠੀਕ ਹੈ। ਆ ਦੇਖੋ ਐਂਥਰ ਆ, ਠੀਕ ਹੈ। ਫਿਰ ਆ ਫਿਲਾਮੈਂਟ ਹੁੰਦੀ ਆ, ਠੀਕ ਹੈ। ਸੋ ਆਹ ਜਿਹੜਾ ਐਂਡ ਹੋ ਗਿਆ, ਜਿੱਥੇ ਇਹ ਉਹਦੇ ਨਾਲ ਅਟੈਚਡ ਆ ਥੈਲਮਸ ਦੇ ਨਾਲ, ਉਹਨੂੰ ਅਸੀਂ ਪ੍ਰੋਕਸੀਮਲ ਐਂਡ ਬੋਲਦੇ ਹਾਂ, ਠੀਕ ਹੈ। ਸੋ ਜਿੱਥੇ ਇਹ ਐਂਥਰ ਦੇ, ਇਹ ਟਿਊਬ ਜਿਹੜੀ ਐਂਥਰ ਦੇ ਨਾਲ ਅਟੈਚ ਹੁੰਦੀ ਹੈ ਜਾ ਕੇ, ਇਸ ਨੂੰ ਆਪਾਂ ਡਿਸਟਲ ਐਂਡ ਬੋਲਦੇ ਹਾਂ। ਵੇਟ ਆ ਦੇਖੋ, ਮੈਂ ਆ ਐਂਥਰ ਬਣਾ ਦਿੱਤਾ, ਇੱਦਾਂ ਹੀ ਸੀਗਾ, ਅੰਡਰਸਟੈਂਡ। ਆਹ ਚੀਜ਼ ਬਣ ਗਈ। ਹੁਣ ਦੇਖੋ ਇਹ ਐਂਥਰ ਦਾ ਸਟਰਕਚਰ ਹੈ, ਸਟੇਮਨ ਦਾ ਸਟਰਕਚਰ ਹੈ, ਕਾਹਦਾ, ਸਟੇਮਨ ਦਾ। ਹੁਣ ਐਂਥਰ ਦਾ ਬਾਈ ਸ਼ੇਪਡ ਹੁੰਦਾ, ਬਾਈ ਲੋਬਡ ਕਹਿੰਦੇ ਨੇ, ਕਿਉਂਕਿ ਇਹਦੇ ਵਿੱਚ ਇੱਕ ਡਿਵੀਜ਼ਨ ਹੋ ਜਾਂਦੀ ਹੈ, ਇਸ ਨੂੰ ਆਪਾਂ ਐਂਥਰ ਬੋਲਦੇ ਹਾਂ, ਠੀਕ ਹੈ। ਫਿਰ ਹੁਣ ਆਹ ਜਿਹੜੀ ਟਿਊਬ ਆ ਨਾ ਬੇਟਾ, ਆਹ ਥੈਲਮਸ ਤੋਂ ਅਰਾਈਜ਼ ਹੁੰਦੀ ਹੈ ਉੱਪਰ ਨੂੰ, ਇਹ ਜਾ ਕੇ ਜਦੋਂ ਐਂਥਰ ਨਾਲ ਇੱਥੇ ਅਟੈਚ ਹੁੰਦੀ ਹੈ, ਇਸ ਐਂਡ ਨੂੰ, ਇਹ ਵਾਲੇ ਐਂਡ ਨੂੰ ਕੀ ਬੋਲਦੇ ਹਾਂ, ਡਿਸਟਲ ਐਂਡ, ਇਹਨੂੰ ਕੀ ਬੋਲਦੇ ਹਾਂ, ਡਿਸਟਲ ਐਂਡ। ਔਰ ਆਹ ਜਿਹੜਾ ਆਹ ਟਿਊਬ ਨੂੰ, ਇਹ ਤੁਹਾਨੂੰ ਪਤਾ ਹੀ ਹੈ, ਇਹਨੂੰ ਅਸੀਂ ਕੀ ਬੋਲਦੇ ਹਾਂ, ਫਿਲਾਮੈਂਟ। ਔਰ ਜਿਹੜੀ ਨੀਚੇ ਅਟੈਚ ਹੁੰਦੀ ਹੈ ਇਹਦੇ ਤੋਂ, ਇਹਨੂੰ ਆਪਾਂ ਬੋਲਦੇ ਹਾਂ ਪ੍ਰੋਕਸੀਮਲ, ਅੰਡਰਸਟੂਡ। ਸੋ ਇਹ ਜਿਹੜਾ ਐਂਥਰ ਹੁੰਦਾ, ਇਹ ਤੁਸੀਂ ਲਿਖ ਸਕਦੇ ਹੋ, ਇਹ 1 ਔਰ 2 ਲੋਬਡ ਹੁੰਦਾ, ਕੀ ਹੁੰਦਾ, 1 ਐਂਡ 2 ਲੋਬਡ ਹੁੰਦਾ, ਠੀਕ ਹੈ। ਜਿਹੜਾ 1 ਲੋਬਡ ਹੁੰਦਾ ਐਂਥਰ, ਜਿਹੜਾ ਐਂਥਰ ਕੀ ਹੋਊਗਾ, 1 ਲੋਬਡ ਹੋਊਗਾ, ਜਿਹਦੀ ਸਿਰਫ ਸਿੰਗਲ ਲੋਬਡ ਹੁੰਦੀ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ, ਮੋਨੋਥਿਕਸ। ਔਰ ਜਿਹੜਾ 2 ਲੋਬਡ ਹੋਊਗਾ,
ਉਹਨੂੰ ਕੀ ਬੋਲਦੇ ਹਾਂ, ਡਾਈ ਥਿਕਸ। ਅੰਡਰਸਟੂਡ। ਸੋ ਅਲੱਗ-ਅਲੱਗ ਪੈਟਰਨ ਦੇ ਹੁੰਦੇ ਆ, ਠੀਕ ਹੈ। ਹੁਣ ਆਪਾਂ ਨੇ ਜ਼ਿਆਦਾਤਰ ਰੀਅਲੀ ਜਿਹੜਾ ਪਾਇਆ ਜਾਂਦਾ ਉਹ ਆਪਣੇ ਕੋਲ ਕਿਹੜਾ ਪਾਇਆ ਜਾਂਦਾ ਹੈ, ਉਹ ਬਾਈਲੋਬਡ ਪਾਇਆ ਜਾਂਦਾ ਹੈ, ਜਿਹਨੂੰ ਅਸੀਂ ਬੋਲਦੇ ਹਾਂ। ਹੁਣ ਇਹਦੇ ਵਿੱਚ ਆਪਾਂ ਨੇ ਇੱਕ ਕੰਮ ਕਰਨਾ ਹੈ, ਦੇਖੋ ਮੈਂ ਕਿਹਾ ਸੀਗਾ ਆਹ ਹੁੰਦਾ ਸਟਰਕਚਰ ਐਂਥਰ, ਠੀਕ ਹੈ, ਅੰਡਰਸਟੂਡ। ਹੁਣ ਇਹਨੂੰ ਆ ਜਿਹੜੇ ਲੋਬਸ ਨੂੰ ਜਿਹੜੀ ਚੀਜ਼ ਜੋੜਦੀ ਆ ਦੋਨਾਂ ਲੋਬਸ ਨੂੰ, ਇੱਥੇ ਇੱਕ ਟਿਸ਼ੂ ਹੁੰਦਾ ਕਿੰਨਾ ਜੋੜਦਾ, ਠੀਕ ਹੈ। ਉਹ ਜਿਹੜਾ ਹੁੰਦਾ ਆ ਉਹ ਟਿਸ਼ੂ ਹੁੰਦਾ ਜਿਹੜਾ ਜੁਆਇਨ ਕਰਦਾ ਇਹਨਾਂ ਦੋਨਾਂ ਨੂੰ, ਇਹ ਦੋਨੇ ਲੋਬਸ ਨੂੰ, ਆਹ 1 ਲੋਬ ਆ, ਆਹ 2 ਲੋਬ, ਇਹਨਾਂ ਦੋਨਾਂ ਨੂੰ ਜੁਆਇਨ ਕਰਦਾ ਇੱਕ ਕਨੈਕਟਿਵ ਟਿਸ਼ੂ ਹੁੰਦਾ, ਠੀਕ ਹੈ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਸਟਾਈਲ, ਠੀਕ ਹੈ। ਇਹਦਾ ਕੀ ਫੰਕਸ਼ਨ ਆ, ਇਟ ਡਜ਼ ਨੋਟ ਟੇਕ ਪਾਰਟ ਇਨ ਰਿਪਰੋਡਕਸ਼ਨ। ਇਸ ਦਾ ਕੀ ਫੰਕਸ਼ਨ ਆ, ਇਹਨੇ ਰਿਪਰੋਡਕਸ਼ਨ ਦੇ ਵਿੱਚ ਕੋਈ ਹੈਲਪ ਨਹੀਂ ਕਰਨੀ। ਓਕੇ, ਹੁਣ ਨੈਕਸਟ ਆ ਜਾਂਦਾ, ਹੁਣ ਇਹਦੀਆਂ ਟਾਈਪਸ ਪੜ੍ਹਨੀਆਂ ਆਪਾਂ ਨੇ। ਹੁਣ ਟਾਈਪਸ ਦੇ ਵਿੱਚ ਬੇਟਾ ਕਿੰਨੀਆਂ ਟਾਈਪਸ ਹੁੰਦੀਆਂ, ਇੱਕ ਨੂੰ ਅਸੀਂ ਬੋਲਦੇ ਹਾਂ ਬੇਸੀਫਿਕਸਡ, ਇੱਕ ਬੋਲਦੇ ਹਾਂ ਅਸੀਂ ਡੋਰਸੀਫਿਕਸਡ, ਇੱਕ ਬੋਲਦੇ ਹਾਂ ਅਸੀਂ ਵਰਸਟਾਈਲ, ਠੀਕ ਹੈ। ਇੱਕ ਟਾਈਪ ਹੋਰ ਹੁੰਦੀ ਹੈ, ਉਹ ਵਿਦ ਦਾ ਹੈਲਪ ਆਫ ਡਾਇਗਰਾਮ ਤੁਹਾਨੂੰ ਮੈਂ ਦੱਸਦਾ। ਆਹ ਦੇਖੋ ਪਹਿਲੇ ਨੰਬਰ 'ਤੇ ਜਿਹੜੀ ਹੈਗੀ ਹੈ ਆ ਬੇਸੀਫਿਕਸ। ਬੇਸੀਫਿਕਸ ਦਾ ਮਤਲਬ ਜਿਹੜੀ ਟਿਊਬ ਆ ਇਹ ਬਿਲਕੁਲ ਨੀਚੇ ਬੇਸ 'ਤੇ ਅਟੈਚ ਆ, ਉਹਦੀ ਜਾ ਕੇ ਫਿਲਾਮੈਂਟ ਅਟੈਚ ਟੂ ਬੇਸ ਆਫ ਦਾ ਐਂਥਰ। ਡੋਰਸੀਫਿਕਸਡ ਹੁੰਦਾ ਜਿਹੜਾ ਕਿ ਇੱਕ ਐਂਥਰ ਆ ਉਹਦੇ ਬਿਲਕੁਲ ਸਾਈਡ 'ਤੇ, ਐਗਜ਼ੈਂਪਲ ਆਹ ਦੇਖੋ ਡੋਰਸੀਫਿਕਸਡ, ਇਹ ਆ ਗਿਆ, ਆਹ ਐਂਥਰ ਆ ਇਹਦੇ ਇੱਧਰੋਂ ਅਟੈਚ ਹੋਈ ਹੈ। ਬੇਸੀਫਿਕਸ ਸੀਗਾ ਆਹ ਐਂਥਰ ਆ ਇਹਦੇ ਥੱਲੇੋਂ ਅਟੈਚ ਆ, ਹੁਣ ਸਮਝ ਲੱਗ ਗਈ। ਹੁਣ ਇੱਕ ਆ ਜਾਂਦਾ ਫਿਲਾਮੈਂਟ, ਇੱਕ ਤੁਹਾਨੂੰ ਮੈਂ ਥਰਡ ਟਾਈਪ ਦੱਸੀਗਾ ਵਰਸਟਾਈਲ, ਠੀਕ ਹੈ। ਵਰਸਟਾਈਲ ਦੀ ਸ਼ੇਪ ਕਿੱਦਾਂ ਹੁੰਦੀ ਹੈ, ਆਹ ਦੇਖੋ ਵਰਸਟਾਈਲ ਜਿਹੜੀ ਕਿ ਇੱਥੇ ਅਟੈਚ, ਠੀਕ ਹੈ, ਅੰਡਰਸਟੂਡ। ਇਹਦੇ ਵਿੱਚ ਇਸ ਵਰਸਟਾਈਲ ਦੇ ਵਿੱਚ ਜਿਹੜੀ ਪੋਲੀਨੇਸ਼ਨ ਹੁੰਦੀ ਆ ਉਹ ਕਿਹਦੇ ਰਾਹੀਂ ਹੁੰਦੀ ਆ, ਵਿੰਡ ਰਾਹੀਂ ਹੁੰਦੀ ਆ, ਇਹ ਯਾਦ ਰੱਖਣਾ, ਠੀਕ ਹੈ। ਇਹਨੂੰ ਐਨੀਮੋਫਿਲਸ ਫਲਾਵਰ ਵੀ ਬੋਲਦੇ ਆ। ਕਿਹੜੇ ਫਲਾਵਰ 'ਚ ਹੁੰਦੀ ਹੈ, ਐਨੀਮੋਫਿਲਸ ਫਲਾਵਰ। ਆ ਦੇਖੋ ਕਿਹੜਾ ਫਲਾਵਰ ਹੈ, ਐਨੀਮੋਫਿਲਸ ਫਲਾਵਰ, ਠੀਕ ਹੈ। ਹੁਣ ਇੱਕ ਲਾਸਟ ਤੁਹਾਨੂੰ ਕਹੇ 4 ਟਾਈਪਸ ਆ, ਉਹਦੇ ਵਿੱਚ ਮੈਂ ਆ ਦੱਸ ਰਿਹਾ 4th ਟਾਈਪ ਜਿਹੜੀ ਹੈਗੀ ਹੈ ਤੁਹਾਡੀ, ਫੋਰਥ ਟਾਈਪ ਦੇ ਵਿੱਚ ਜਿਹੜਾ ਆਪਣਾ ਐਂਥਰ ਹੈ ਨਾ, ਜਿਹੜੀ ਉਹਦੀ ਟਿਊਬ ਆ, ਆਹ ਐਂਥਰ ਬੇਸੀਫਿਕਸ ਦੇ ਵਿੱਚ ਬੇਸ 'ਤੇ ਅਟੈਚ ਹੁੰਦੀ ਸੀ, ਡੋਰਸੀਫਿਕਸ ਦੇ ਵਿੱਚ ਸੈਂਟਰ 'ਚ ਸਾਈਡ 'ਤੇ, ਔਰ ਵਰਸਟਾਈਲ ਦੇ ਵਿੱਚ ਇੱਕ ਫਲੈਟ ਸਟਰਕਚਰ ਹੁੰਦਾ ਉਹਦੇ ਬਿਲਕੁਲ ਸੈਂਟਰ 'ਤੇ। ਪੋਲੀਨੇਸ਼ਨ ਕਿਹਦੇ ਨਾਲ ਹੁੰਦੀ, ਵਿੰਡ ਦੇ ਵਿੱਚ, ਐਨੀਮੋਫਿਲਸ ਫਲਾਵਰ। ਬਟ ਜਿਹੜਾ ਹੁਣ 4th ਟਾਈਪ ਆ ਇਹਦੇ ਵਿੱਚ ਜਿਹੜੀ ਆ ਉਹ ਜਿਹੜੀ ਥੱਲਿਓਂ ਟਿਊਬ ਹੁੰਦੀ ਆ ਉਹ ਪੂਰੀ ਅਟੈਚ ਹੁੰਦੀ ਉੱਪਰ ਤੱਕ, ਆ ਪੂਰੀ ਲੈਂਥ ਹੁੰਦੀ ਆ, ਠੀਕ ਹੈ। ਫਿਲਾਮੈਂਟ ਅਟੈਚ ਟੂ ਲੈਂਥ ਆਫ ਦਾ ਲੋਬਸ, ਅੰਡਰਸਟੂਡ। ਹੁਣ ਨੈਕਸਟ ਆਪਾਂ ਨੇ ਬੇਟਾ ਐਂਥਰ ਦਾ ਸਟਰਕਚਰ ਪੜ੍ਹਨਾ ਹੈ ਆਪਣਾ। ਇਹਦੇ ਵਿੱਚ ਇਹ ਬਹੁਤ ਇੰਪੋਰਟੈਂਟ ਸਟਰਕਚਰ ਆ, ਮੈਂ ਕਹਿ ਕੇ ਹਟਿਆ ਇੰਟਰਨਲ ਸਟਰਕਚਰ ਆਫ ਐਂਥਰ। ਇਹ ਸਟਰਕਚਰ ਇੱਦਾਂ ਦਾ ਹੁੰਦਾ, ਦੇਖ ਸਕਦੇ ਹੋ, ਇਹ ਚੀਜ਼ ਨੂੰ ਦੇਖ ਲਿਓ ਚੰਗੀ ਤਰ੍ਹਾਂ, ਬਾਅਦ ਤੁਹਾਡੇ ਕੰਮ ਆਊਗੀ, ਤੁਸੀਂ ਇਹਨੂੰ ਦੇਖ ਸਕਦੇ ਹੋ। 10 to 20 ਸੈਕਿੰਡਸ ਮੈਂ ਇਹਦੇ ਉੱਪਰ ਫੋਕਸ ਕਰ ਰਿਹਾ ਤਾਂ ਕਿ ਤੁਸੀਂ ਇਹਦੇ ਵਿੱਚ ਜਿਹੜੇ ਬਾਅਦ ਫੰਕਸ਼ਨਸ ਉਹ ਤੁਸੀਂ ਲਿਖ ਸਕਦੇ ਹੋ ਈਜ਼ਲੀ, ਠੀਕ ਹੈ। ਦੁਬਾਰਾ ਰਿਵਿਊ ਕਰਕੇ ਤੁਸੀਂ ਦੇਖ ਸਕਦੇ ਹੋ ਇਹਨੂੰ ਵੀਡੀਓ ਨੂੰ, ਤਾਂ ਕਿ ਤੁਸੀਂ ਈਜ਼ਲੀ ਇਹਨੂੰ ਫਾਈਂਡ ਆਊਟ ਕਰ ਸਕੋ ਸਾਰੇ ਪਾਰਟਸ। ਹੁਣ ਦੇਖੋ ਅਸੀਂ ਪਹਿਲੀ ਗੱਲ ਕਹੀ ਆ ਬੇਟਾ ਕਿ ਇਹ ਬਾਈਲੋਬ ਹੁੰਦਾ,
ਹੁਣ ਮੈਂ ਇਹਦਾ ਬਾਈਲੋਬ ਦਾ ਸਟਰਕਚਰ ਬਣਾਉਣਾ। ਇਹਨੂੰ ਇੱਦਾਂ ਲੱਗਦਾ, ਠੀਕ ਹੈ। ਇਹ ਥੋੜ੍ਹਾ ਜਿਹਾ ਟੇਢਾ ਬਣ ਗਿਆ, ਤੁਸੀਂ ਇਹਨੂੰ ਪ੍ਰੋਪਰਲੀ ਬਣਾ ਲੈਣਾ, ਠੀਕ ਹੈ। ਸਿੱਧਾ ਕਰਕੇ ਬਣਾ ਲੈਣਾ। ਹੁਣ ਸਭ ਤੋਂ ਜਿਹੜੀ ਇਹਦੀ ਆ, ਜਿਹੜੀ ਬਾਹਰਲੀ ਲੇਅਰ ਬਣਾਉਂਦੇ ਅਸੀਂ ਪਹਿਲਾਂ, ਅਸੀਂ ਇਨਸਾਈਡ ਤੋਂ ਸਟਾਰਟ ਕਰਨਾ। ਠੀਕ ਹੈ, ਅਸੀਂ ਇਹਦਾ ਸਭ ਤੋਂ ਪਹਿਲਾਂ ਮਾਈਕਰੋ ਸਪੰਜੀਅਮ ਬਣਾਉਂਦੇ ਹਾਂ। ਦੇਖੋ ਆਹ ਸਟਰਕਚਰ ਆ ਤੁਸੀਂ ਬਣਾਉਣਾ, ਇਹ ਇੱਥੇ ਵੀ ਪ੍ਰੈਜੈਂਟ ਆ, ਇਹ ਇੱਥੇ ਵੀ ਪ੍ਰੈਜੈਂਟ ਹੁੰਦਾ, ਇਹ ਇੱਦਾਂ ਇੱਥੇ ਵੀ ਪ੍ਰੈਜੈਂਟ। ਤੁਸੀਂ ਬੁੱਕਸ ਵਿੱਚ ਸਟਰਕਚਰ ਦੇਖ ਸਕਦੇ ਹੋ ਈਜ਼ਲੀ, ਠੀਕ ਹੈ। ਹੁਣ ਇਹਦੀ ਜਿਹੜੀ ਆਹ ਲੇਅਰ ਹੋਣੀ ਹੈ, ਠੀਕ ਹੈ ਬੱਚੇ। ਇਸ ਲੇਅਰ ਨੂੰ ਅਸੀਂ ਬੋਲਣਾ ਆ, ਇਹ ਜਿਹੜੀ ਲੇਅਰ ਹੁੰਦੀ ਆ ਇਹਨੂੰ ਬੋਲਦੇ ਹਾਂ ਟੇਪਟਮ, ਠੀਕ ਹੈ। ਨੈਕਸਟ ਇਹਦੇ ਵਿੱਚ ਜਿਹੜੇ ਛੋਟੇ ਛੋਟੇ ਪਾਰਟਸ ਹੋ ਗਏ, ਅੱਗੇ ਦੀ ਜਿਹੜੀ ਲੇਅਰ ਹੈ ਜੀ ਸੈੱਲ ਸਫੈਰੀਕਲ ਸ਼ੇਪ ਦੇ ਬਣਾਉਣੇ ਆ, ਇਹ ਇੰਨੀ ਕੁ ਦੀ ਬਿਡਥ ਰੱਖ ਲਓ। ਇੱਦਾਂ ਇਹਦੇ ਦੁਆਲੇ ਹੋ ਜਾਣੇ, ਠੀਕ ਹੈ। ਸੋ ਇਹ ਜਿਹੜਾ ਲੇਅਰ ਹੈ ਇਹਨੂੰ ਅਸੀਂ ਬੋਲਦੇ ਹਾਂ ਮਿਡਲ ਲੇਅਰ। ਅੰਡਰਸਟੂਡ। ਹੁਣ ਇੱਥੇ ਇੱਕ ਹੋਰ ਲੇਅਰ ਪ੍ਰੈਜੈਂਟ ਆ, ਆਹ ਵਾਲੀ ਛੋਟੀ ਬਣ ਗਈ ਥੋੜ੍ਹੀ ਜਿਹੀ, ਇੱਦਾਂ ਬਣਾਉਣੀ, ਇਹਨੂੰ ਅਸੀਂ ਇੱਦਾਂ ਬਣਾ ਦੇਣਾ। ਇਸ ਲੇਅਰ ਨੂੰ ਬੋਲਦੇ ਹਾਂ ਅਸੀਂ ਐਂਡੋਥੀਸ਼ੀਅਮ। ਔਰ ਆਹ ਜਿਹੜੀ ਬਾਹਰਲੀ ਲੇਅਰ ਇੱਕ ਬਚ ਗਈ ਆਪਣੇ ਕੋਲ, ਇਹਨੂੰ ਮੈਂ ਬੋਲੂँਗਾ ਤੁਹਾਡੀ ਐਪੀਡਰਮਿਸ, ਠੀਕ ਹੈ। ਇਹ ਤੁਹਾਨੂੰ ਰਫਲੀ ਥੋੜ੍ਹਾ ਜਿਹਾ ਦੱਸ ਦਿੱਤਾ ਹੈ, ਤੁਸੀਂ ਈਜ਼ੀਲੀ ਇਹਨੂੰ ਅੰਡਰਸਟੈਂਡ ਕਰ ਲੈਣਾ, ਠੀਕ ਹੈ। ਹੁਣ ਜਿੱਥੇ ਐਂਥਰ ਆ ਕਰ ਲਓ, ਜਿੱਥੇ ਐਂਥਰ ਅਟੈਚ ਹੁੰਦਾ ਹੈ, ਇਸ ਐਂਥਰ ਨੂੰ ਜੋੜਦਾ ਕੌਣ ਆ, ਮੈਂ ਪਹਿਲਾਂ ਦੱਸਿਆ ਹੈ ਕਿਹੜਾ ਟਿਸ਼ੂ ਹੁੰਦਾ, ਕਨੈਕਟਿਵ ਟਿਸ਼ੂ ਹੁੰਦਾ, ਠੀਕ ਹੈ। ਔਰ ਇਹ ਹੈਗਾ ਪੁਆਇੰਟ, ਆਹ ਜਿਹੜਾ ਉਹ ਪੁਆਇੰਟ ਆ ਜਿਹਨੂੰ ਅਸੀਂ ਕੀ ਬੋਲਦੇ ਹਾਂ, ਆਹ ਦੇਖੋ ਪੁਆਇੰਟ ਆਫ ਡੈਹੀਸੈਂਸ। ਡੈਹੀਸੈਂਸ ਜਿੱਥੇ ਐਂਥਰ ਰਪਚਰ ਕਰਦਾ, ਇੱਥੋਂ ਜਦੋਂ ਇਹ ਰਪਚਰ ਕਰੂਗਾ ਤਾਂ ਹੀ ਆ ਜਿਹੜੇ ਪੋਲਨ ਗੇਨਸ ਆ ਜਦੋਂ ਇੱਥੇ ਬਣ ਗਏ, ਠੀਕ ਹੈ। ਅਲੱਗ-ਅਲੱਗ ਸਟੇਜਿਸ ਆ, ਆਹ ਪਹਿਲੀ ਆ, ਦੂਜੀ ਆ, ਤੀਸਰੀ ਆ, ਚੌਥੀ ਸਟੇਜ। ਇਹਨਾਂ ਵਿੱਚ ਮਿਓਸਿਸ ਹੁੰਦੀ ਆ, ਡਿਵੀਜ਼ਨ ਹੋਣੀ ਹੈ। ਆਹ ਪਹਿਲਾਂ ਇਹ ਡਿਵਾਈਡ ਕਰੂਗਾ, ਫਿਰ ਅੱਗੇ ਉਸ ਤੋਂ ਬਾਅਦ ਆ ਦੇਖੋ 4 ਬਣ ਗਏ, 1 2 ਤੋਂ 2 4 ਤੋਂ ਅੱਗੇ ਜਿਹੜੇ ਪੋਲਨ ਗੇਨਸ ਆ ਬਣ ਗਏ ਲਾਸਟ। ਔਰ ਇਹ ਵੀ ਚੀਜ਼ਾਂ ਇੱਥੋਂ ਇੱਥੇ ਪਹੁੰਚ ਗਏ, ਇੱਥੋਂ ਇਹ ਚੀਜ਼ ਰਪਚਰ ਕਰ ਜਾਂਦੀ ਹੈ। ਇਸ ਪੁਆਇੰਟ ਨੂੰ ਅਸੀਂ ਬੋਲਦੇ ਹਾਂ ਡੈਹੀਸੈਂਸ, ਪੁਆਇੰਟ ਆਫ ਡੈਹੀਸੈਂਸ, ਜਿੱਥੇ ਕੀ ਕਰਦਾ ਐਂਥਰ ਰਪਚਰ ਕਰਦਾ ਹੈ। ਔਰ ਇਹਦੇ ਅੰਦਰ ਜਿਹੜੇ ਸੈਲਸ ਹੁੰਦੇ ਉਹ ਆਰਕਿਓਸਪੋਰੀਓ ਸੈਲਸ ਕਹਿੰਦੇ ਆ। ਇਹ ਪੂਰਾ ਇੱਕ ਮਾਈਕਰੋਸਪੰਜੀਅਮ ਹੈ, ਇੱਕ ਆ ਪੂਰਾ ਸਫੈਰੀਕਲ ਸਟਰਕਚਰ ਹੈ, ਕਾਹਦਾ ਹੈ, ਮਾਈਕਰੋਸਪੰਜੀਅਮ ਦਾ। ਇਹ ਸਾਰੇ ਇੱਦਾਂ ਹੀ ਆ, ਇਹਦੀ ਆਲੇ ਦੁਆਲੇ ਮਿਡਲ ਲੇਅਰ ਪ੍ਰੈਜੈਂਟ ਹੁੰਦੀ ਆ, ਇਹਦੇ ਅੱਗੇ ਨੈਕਸਟ ਜੇ ਉਸ ਤੋਂ ਬਾਅਦ ਤੁਹਾਡੀ ਆਹ ਟੇਪਟਮ ਪ੍ਰੈਜੈਂਟ ਹੋਣੀ ਆ, ਸਾਰਿਆਂ ਦੇ ਵਿੱਚ ਇੱਦਾਂ ਹੀ ਚੱਲਣਾ ਇਹ ਪ੍ਰੋਸੈਸ, ਠੀਕ ਹੈ। ਹੁਣ ਦੇਖੋ ਕੀ ਆ ਜਾਂਦਾ ਬੇਟਾ, ਟ੍ਰਾਂਸਫਰ ਸੈਕਸ਼ਨ ਆਫ ਐਂਥਰ, 2 ਲੋਬਸ ਹੁੰਦੀਆਂ, ਇਹ ਵੀ ਤੁਹਾਨੂੰ ਪਤਾ ਹੀ ਆ। ਸਟਾਈਲਾਈਟ ਟਿਸ਼ੂ ਵੀ ਪਤਾ ਲੱਗ ਗਿਆ, ਜਿਹੜਾ ਕਿ ਦੋਨਾਂ ਨੂੰ ਜੋੜਦਾ ਹੈ, ਬਟ ਉਹ ਰਿਪਰੋਡਕਸ਼ਨ ਦੇ ਵਿੱਚ ਹੈਲਪ ਨਹੀਂ ਕਰਦਾ। ਐਂਥਰ ਵਾਲ ਕਾਹਦੀ ਬਣੀ ਹੁੰਦੀ, 4 ਲੇਅਰਸ ਦੀ ਬਣੀ ਹੁੰਦੀ ਆ। ਪਹਿਲੀ ਐਪੀਡਰਮਿਸ ਹੁੰਦੀ ਹੈ, ਸਿੰਗਲ ਲੇਅਰ ਫਲੈਟ ਸੈਲਸ ਹੁੰਦੇ ਆ ਜਿਹੜੇ ਕਿ ਪ੍ਰੋਟੈਕਟ ਕਰਦੇ ਆ। ਦੂਜੇ ਨੰਬਰ ਐਂਡੋਥੀਸ਼ੀਅਮ ਹੁੰਦੀ ਹੈ, ਸਿੰਗਲ ਲੇਅਰ ਹੁੰਦੀ ਆ। ਇਹਦੇ ਵਿੱਚ ਇਸ ਸੈੱਲ ਦੇ ਵਿੱਚ ਕੀ ਹੁੰਦਾ, ਕੈਲੋਸ ਹੁੰਦਾ, ਕੈਲੋਸ ਦੀ ਥਿਕਨਿੰਗ ਹੁੰਦੀ ਹੈ। ਐਂਡੋਥੀਸ਼ੀਅਮ ਜਿਹੜੀ ਆ ਬਲੈਕ ਕਲਰ ਦੀ ਬਣਾਈ ਹੋਈ ਹੈ ਨਾ, ਆਹ ਦੇਖੋ ਆਹ ਬਲੈਕ ਕਲਰ ਦੀ ਲੇਅਰ ਆ, ਇਹ ਐਂਡੋਥੀਸ਼ੀਅਮ ਆ। ਆਹ ਬਾਹਰਲੀ ਐਪੀਡਰਮਿਸ, ਉਸ ਤੋਂ ਬਾਅਦ ਐਂਡੋਥੀਸ਼ੀਅਮ, ਠੀਕ ਹੈ। ਇਹਦੇ ਵਿੱਚ
की प्रेजेंट होंदा कैलोस, ये याद रखना, ये थिकनिंग होंदी है ये माइक्रोस्कोप जी 4 पोलर गेन्स कंबाइन विद हेल्प एंजाइम, क्योंकि ये कैलोस होंदी जेह्ड़े अंदर ये पोलन गेन्स प्रेजेंट होंदे है ना, वो पोलन गेन जेह्ड़े आ वो कंबाइन होए जुड़े होंदे आ किहदी मदद नाल, कैलोस एक एंजाइम आ, ठीक है। मिडल लेयर जी लूजली अरेंज होंदी है 3 to 4 ऑफ द सैल्स, आ जी मिडल लेयर सी रैड कलर की लूजली अरेंज 1 2 3 इदा होंदी 1 2 इधर में तुम 3 मान लो इदा होंगी है। फोर्थ पार्ट आ गया तुहाडा, फोर्थ लेयर हैगी टेपटम, ये बहुत इंपॉर्टेंट है, ये सारे फंक्शन तुहानूं पता होने चाहिए, बहुत ज़्यादा इंपॉर्टेंट है। इट इज़ अ पैरामिडल शेप सैल्स होंगे, पैरामिड मल्टी न्यूक्लिएट होंगे, थिक साइटोप्लाज्म प्रेजेंट होंगे, नरिशमेंट प्रोवाइड करना सब तो मेन फंक्शन ये है। इन्हें नरिशमेंट आ जो अंदर पोलन गेन्स होंगे ना, आ देखो आ बने उन्होंने नरिशमेंट प्रोवाइड करनी, की प्रोवाइड करनी नरिशमेंट भोजन वगैरह। एक होर इन्हें की करना टेपटम ने एक एंजाइम सक्रीट करना, इन्हें उन्होंने कैलेज कहते हैं, जोड़ा एंजाइम CALLASE जो पहला से वो कैलोस है, ये कैलेज आ, इन्हें की करना इट डिजॉल्व द कैलोज एंजाइम विच कंबाइन द 4 पोलन गेन्स इन माइक्रोस्पोंजिया। हुण समझ लगी, जो वो अपने इत्थे जो पोलन गेन्स बन गए, मिओसिस डिवीजन तो बाद पोलन गेन बन के वो पोलन गेन जुड़े होने हैं किहदे नाल, वो कैलोज एंजाइम नाल जिहड़ा असीं पहलां पढ़िया सीगा, क्योंकि वो किहदे विच प्रेजेंट सीगा, वो साडा सीगा इहदे विच एंडोथीशियम लेयर दे विच, आ वाली आ ब्लैक कलर वाली लेयर उहदे विच कैलोज सीगा CALLOSE, ते बट टेपटम दे विच किहड़ा प्रेजेंट आ कैलेज एंजाइम प्रेजेंट है। सो इन्हें उन्होंने वक् करन दे विच हेल्प करना कैलेज ने, अंडरस्टूड, ये मेन फंक्शन है इन्हां दे। सो कल्ले कल्ले का फंक्शन तुम नोट डाउन करना और स्ट्रक्चर जरूर बनाना भी, जो नोट्स बनाना है बहुत इंपॉर्टेंट स्ट्रक्चर है। ओके, तो सैल्स जो टेपटम, वो टेपटम्स की जो टेपटम के सैल होंगे एक यूबिश बॉडीज प्रोड्यूस करती हैं, ये जो यूबिश बॉडीज होंगे ये कोटेड होंगे स्पोरोपोलिन, जोड़ा कि मोस्ट रेजिस्टेंट सबसटेंस इन लिविंग वर्ल्ड, इट मेक एक्साइन ऑफ पोलन गेन्स, मतलब कि एक गल दसदा एक यूबिश बॉडीज होंदियां आ जिदा पोलन गेन्स आ सपोज कर लो, ये आले दुआले इन्हें एक लेयर बना लैनी, अपनी दुनिया के विच सब तो मोस्ट रेजिस्टेंस बॉडी है, ठीक है, किहदे नाल कोट होंदी है स्पोरोपोलिन का, मोस्ट रेजिस्टेंट सबसटेंस है साडे वर्ल्ड दे विच, इट मेक एक्साइन ऑफ पोलन, वो किहड़ी लेयर बनांदा है बाहरली एक्साइन, पोलन ग्रेन की बाहरली लेयर बनती है एक्साइन, ठीक है, क्योंकि देखो ये पोलन गेन्स कितने सॉफ्ट लाइट वेट होंगे आ, तुम देखो है ना एक इस चीज़ ने देख लो कि सारा रिप्रोडक्शन होनी है सारी, इन्हें ट्रांसफर ही होना पॉलीनेशन राही मेल को, तो रिप्रोडक्शन होनी है, तुम आप सोच सकते हो कि इन्नी सॉफ्ट चीज़ ਨੂੰ ਕਿਵੇਂ ਪ੍ਰੋਟੈਕਟ ਕੀਤਾ, ਇਹ स्पोरोपोलिन ਨੂੰ ਪ੍ਰੋਟੈਕਟ करता है, मोस्ट रेजिस्टेंट, ਇਹਦੇ पानी का कोई असर नहीं होता, मॉइस्चर का कोई असर नहीं होता, इट हेल्प्स इन द फॉर्मेशन ऑफ पॉलन किट। 2 टाइप्स ऑफ टेपटम लेयर, 2 टाइप की होंगी है, एक ग्लैंडुलर उन्होंने सिक्रीटरी कहते हैं, एक म्यूबॉइड उन्होंने प्लाज्मोडियल, ठीक है। आर्कियोस्पोरी सैल्स होंगे जेह्ड़े दी सैल्स हेल्प इन द फॉर्मेशन ऑफ माइक्रोस्पोर ऑफ पॉलन गेन, आर्कियोस्पोरो सैल्स किहड़े सीगे आ जो इनसाइड प्रेजेंट से आ वाले, इन्होंने हैल्प करना कि पॉलन गेन्स कन्वर्जन, क्योंकि ये कि डिवीजन हो रही मिओसिस हो रही है, जो ऑबीअसली आ जो स्ट्रक्चर आ सारा बच्चे आपां कट करके मैं तुहानूं कट करके दिखाई दे रहा है, तो ये सारे के अंदर ये डिवीजन हो रही है, ठीक है, मिओसिस डिवीजन, ये भी बोल सकते कि डिवीजन होती है। तो अज लिए इन्ना बहुत है, तुसीं इहदा स्ट्रक्चर बनाना है, ये बहुत इंपॉर्टेंट है बच्चे, ठीक है, और सारा ही तुसी कंप्लीट पूरा चंगी तरह इन्हों नोट्स जोड़े प्रिपेयर कर लें। ओके, थैंक यू।